ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 6ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਪੰਜਾਬੀ ਦਾ ਵਿਆਕਰਣ ਅਤੇ ਲੇਖ ਰਚਨਾ ਪੁਸਤਕ ਵਿੱਚ ਦਰਜ ਅਧਿਆਇ 9 ਵਿਸ਼ਾ ਚਿੱਠੀ ਪੱਤਰ ਬਿਮਾਰੀ ਦੀ ਛੁੱਟੀ ਲੈਣ ਲਈ ਸਕੂਲ ਮੁਖੀ ਨੂੰ ਪੱਤਰ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਚਿੱਠੀ ਪੱਤਰ ਕਿਸ ਨੂੰ ਆਖਦੇ ਹਨ। ਚਾਹੇ ਕਿ ਸੂਚਨਾ ਦੇ ਖੇਤਰ ਵਿੱਚ ਕ੍ਰਾਂਤੀ ਨੇ ਸਾਡੇ ਜੀਵਨ ਵਿੱਚ ਬਹੁਤ ਵੱਡੀ ਤਬਦੀਲੀ ਲਿਆ ਦਿੱਤੀ ਹੈ, ਪਰੰਪਰਾਗਤ ਚਿੱਠੀ ਪੱਤਰ ਦੀ ਥਾਂ ਮੋਬਾਈਲ ਫੋਨ, ਇੰਟਰਨੈਟ ਅਤੇ ਈਮੇਲ ਨੇ ਲੈ ਲਈ ਹੈ। ਪਰੰਤੂ ਫਿਰ ਵੀ ਚਿੱਠੀ ਪੱਤਰ ਦੀ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਹੈ। ਸਕੂਲ ਪੜ੍ਹਦਿਆਂ ਦਾਖਲਾ ਲੈਣ ਲਈ, ਛੁੱਟੀ ਲੈਣ, ਸੈਕਸ਼ਨ ਬਦਲਣ, ਮੈਚ ਖੇਡਣ ਜਾਂ ਦੇਖਣ ਦੀ ਆਗਿਆ ਲੈਣ, ਕਿਸੇ ਵਿਦਿਅਕ ਟੂਰ 'ਤੇ ਜਾਣ ਦੀ ਮਨਜ਼ੂਰੀ ਲੈਣ, ਫੀਸ ਜਾਂ ਜੁਰਮਾਨਾ ਮਾਫ਼ ਕਰਵਾਉਣ, ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਆਦਿ ਵਿਸ਼ਿਆਂ ਲਈ ਬਿਨੇ ਪੱਤਰ ਲਿਖਣੇ ਪੈਂਦੇ ਹਨ। ਉਚੇਰੀ ਪੜ੍ਹਾਈ ਕਰਦਿਆਂ ਵੀ ਸਮੇਂ-ਸਮੇਂ 'ਤੇ ਅਜਿਹੇ ਬਿਨੇ ਪੱਤਰ ਲਿਖੇ ਜਾਂਦੇ ਹਨ। ਆਮ ਜੀਵਨ ਵਿੱਚ ਪੰਚਾਇਤ, ਬਲਾਕ, ਮਿਊਂਸਪਲ ਕਮੇਟੀ, ਕਾਰਪੋਰੇਸ਼ਨ, ਥਾਣਾ, ਤਹਿਸੀਲ, ਜ਼ਿਲ੍ਹਾ, ਪ੍ਰਾਂਤ, ਦੇਸ਼ ਆਦਿ ਦੇ ਮੁਖੀਆਂ ਨੂੰ ਕਿਸੇ ਨਾ ਕਿਸੇ ਕੰਮ ਲਈ ਬਿਨੇ ਪੱਤਰ ਲਿਖਣ ਦੀ ਲੋੜ ਪੈਂਦੀ ਹੈ। ਵਪਾਰਿਕ ਕੰਮਾਂ ਕਾਰਾਂ ਵਿੱਚ ਤਾਂ ਪੱਤਰਾਂ ਰਾਹੀਂ ਲੱਖਾਂ ਕਰੋੜਾਂ ਦਾ ਵਣਜ ਹੁੰਦਾ ਹੈ। ਨਿੱਜੀ ਜੀਵਨ ਵਿੱਚ ਤਾਂ ਚਿੱਠੀ ਪੱਤਰ ਰਾਹੀਂ ਸੰਪਰਕ ਹੋਣ ਨੂੰ ਅੱਧਾ ਮਿਲਾਪ ਕਿਹਾ ਜਾਂਦਾ ਰਿਹਾ ਹੈ। ਚਿੱਠੀ ਪੱਤਰ ਮੁੱਖ ਰੂਪ ਵਿੱਚ 6 ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਹੈ ਨਿੱਜੀ ਜਾਂ ਘਰੋਗੀ ਪੱਤਰ। ਇਹ ਪੱਤਰ ਆਪਣੇ ਮਿੱਤਰਾਂ, ਸਹੇਲੀਆਂ, ਪਰਿਵਾਰ ਦੇ ਮੈਂਬਰਾਂ, ਦੂਰ ਨੇੜੇ ਦੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੂੰ ਨਿੱਜੀ ਜਾਂ ਘਰੋਗੀ ਜੀਵਨ ਦੀਆਂ ਸੂਚਨਾਵਾਂ ਦੇਣ ਜਾਂ ਲੈਣ, ਸਮੱਸਿਆਵਾਂ ਵਿਚਾਰਨ ਅਤੇ ਸੰਪਰਕ ਕਾਇਮ ਰੱਖਣ ਲਈ ਲਿਖੇ ਜਾਂਦੇ ਹਨ। ਇਹਨਾਂ ਨੂੰ ਆਮ ਤੌਰ 'ਤੇ ਚਿੱਠੀਆਂ ਕਿਹਾ ਜਾਂਦਾ ਹੈ। ਦੂਸਰੀ ਕਿਸਮ ਹੈ ਬੇਨਤੀ ਪੱਤਰ। ਅਜਿਹੇ ਪੱਤਰ ਵੱਖ-ਵੱਖ ਮਹਿਕਮਿਆਂ, ਅਦਾਰਿਆਂ, ਸੰਸਥਾਵਾਂ ਦੇ ਅਧਿਕਾਰੀਆਂ ਨੂੰ ਲਿਖੇ ਜਾਂਦੇ ਹਨ। ਇਹਨਾਂ ਵਿੱਚ ਉਹਨਾਂ ਨਾਲ ਸੰਬੰਧਿਤ ਆਪਣੀਆਂ ਸਮੱਸਿਆਵਾਂ ਜਾਂ ਲੋੜਾਂ ਬਾਰੇ ਜ਼ਿਕਰ ਕੀਤਾ ਗਿਆ ਹੁੰਦਾ ਹੈ। ਇਹਨਾਂ ਨੂੰ ਬੇਨਤੀ ਪੱਤਰ, ਬਿਨੇ ਪੱਤਰ ਜਾਂ ਅਰਜੀ ਕਿਹਾ ਜਾਂਦਾ ਹੈ। ਤੀਸਰੀ ਕਿਸਮ ਹੈ ਵਪਾਰਿਕ ਪੱਤਰ। ਇਹ ਪੱਤਰ ਵਪਾਰਿਕ ਸੰਸਥਾਵਾਂ ਜਾਂ ਵਪਾਰ ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਵਪਾਰ ਦੇ ਸੰਬੰਧ ਵਿੱਚ ਲਿਖੇ ਜਾਂਦੇ ਹਨ। ਚੌਥੀ ਕਿਸਮ ਹੈ ਦਫ਼ਤਰੀ ਪੱਤਰ। ਇਹ ਪੱਤਰ ਇੱਕ ਅਧਿਕਾਰੀ ਵੱਲੋਂ ਦੂਜੇ ਅਧਿਕਾਰੀ ਜਾਂ ਕਿਸੇ ਆਮ ਨਾਗਰਿਕ ਨੂੰ ਲਿਖੇ ਜਾਂਦੇ
ਹਨ। ਪੰਜਵੀਂ ਕਿਸਮ ਹੈ ਅਰਧ ਸਰਕਾਰੀ ਪੱਤਰ। ਇਸ ਪ੍ਰਕਾਰ ਦੇ ਪੱਤਰ ਅਧਿਕਾਰੀਆਂ ਵੱਲੋਂ ਸੰਬੰਧਿਤ ਵਿਅਕਤੀਆਂ ਜਾਂ ਅਧਿਕਾਰੀਆਂ ਨੂੰ ਦਫ਼ਤਰੀ ਕੰਮਾਂ ਬਾਰੇ ਲਿਖੇ ਜਾਂਦੇ ਹਨ। ਛੇਵੀਂ ਕਿਸਮ ਹੈ ਫੁਟਕਲ ਪੱਤਰ। ਸਮਾਚਾਰ ਪੱਤਰਾਂ ਅਤੇ ਰਿਸਾਲਿਆਂ ਦੇ ਸੰਪਾਦਕਾਂ, ਰੇਡੀਓ ਅਤੇ ਟੈਲੀਵਿਜ਼ਨ ਦੇ ਡਾਇਰੈਕਟਰਾਂ ਆਦਿ ਨੂੰ ਪ੍ਰੋਗਰਾਮਾਂ ਬਾਰੇ ਟਿੱਪਣੀਆਂ, ਸੁਝਾਅ ਜਾਂ ਸਿਫਾਰਿਸ਼ ਕਰਨ ਬਾਰੇ ਲਿਖੇ ਜਾਂਦੇ ਹਨ। ਇਸ ਤਰ੍ਹਾਂ ਦੇ ਪੱਤਰ ਇਸ ਸ਼੍ਰੇਣੀ ਵਿੱਚ ਸ਼ਾਮਿਲ ਕੀਤੇ ਜਾਂਦੇ ਹਨ। ਇਸ ਤਰ੍ਹਾਂ ਚਿੱਠੀ ਪੱਤਰ ਰਾਹੀਂ ਅਸੀਂ ਆਪਣੀਆਂ ਭਾਵਨਾਵਾਂ ਅਤੇ ਵਿਚਾਰਾਂ ਦੇ ਪ੍ਰਭਾਵ ਦੂਜਿਆਂ ਤੱਕ ਪਹੁੰਚਾਉਂਦੇ ਹਾਂ। ਹਰ ਕੋਈ ਚਾਹੁੰਦਾ ਹੈ ਕਿ ਦੂਜਿਆਂ ਉੱਤੇ ਚੰਗਾ ਪ੍ਰਭਾਵ ਪਵੇ। ਇਹ ਚੰਗਾ ਪ੍ਰਭਾਵ ਚਿੱਠੀ ਪੱਤਰ ਨੂੰ ਚੰਗੇ ਢੰਗ ਨਾਲ ਲਿਖ ਕੇ ਹੀ ਪਾਇਆ ਜਾ ਸਕਦਾ ਹੈ। ਚਿੱਠੀ ਪੱਤਰ ਲਿਖਣ ਦੀ ਸੁਚੱਜੀ ਕਲਾ ਸੰਬੰਧੀ ਬਹੁਤ ਸਾਰੇ ਸੁਝਾਅ ਹਨ, ਵਿਧੀਆਂ ਹਨ, ਢੰਗ ਤਰੀਕੇ ਹਨ। ਇਹ ਸੁਝਾਅ ਚਿੱਠੀ ਪੱਤਰ ਲਿਖਣ ਸੰਬੰਧੀ ਉਹਨਾਂ ਨਿੱਕੀਆਂ ਗੱਲਾਂ ਬਾਰੇ ਹਨ ਜਿਨ੍ਹਾਂ ਵੱਲ ਧਿਆਨ ਦਿੱਤਿਆਂ ਚਿੱਠੀ ਪੱਤਰ ਲਿਖਣ ਅਤੇ ਪ੍ਰਾਪਤ ਕਰਨ ਵਾਲੇ ਨੂੰ ਬਹੁਤ ਸਹੂਲਤ ਰਹਿੰਦੀ ਹੈ। ਜਿਵੇਂ ਪਹਿਲਾ ਹੈ ਲਿਖਾਈ। ਚਿੱਠੀ ਪੱਤਰ ਆਮ ਤੌਰ 'ਤੇ ਹੱਥ ਨਾਲ ਲਿਖੇ ਜਾਂਦੇ ਹਨ। ਹੱਥ ਨਾਲ ਲਿਖੇ ਚਿੱਠੀ ਪੱਤਰਾਂ ਵਿੱਚ ਸੁੰਦਰ ਤੇ ਸਾਫ਼ ਲਿਖਾਈ ਦਾ ਬਹੁਤ ਮਹੱਤਵ ਹੁੰਦਾ ਹੈ। ਚਿੱਠੀ ਪੱਤਰ ਉੱਤੇ ਲਿਖੇ ਪਤੇ ਦੇ ਸਬੰਧ ਵਿੱਚ ਕਿਹਾ ਜਾ ਸਕਦਾ ਹੈ ਕਿ ਸ਼ਬਦ ਜੋੜਾਂ ਦੀਆਂ ਗਲਤੀਆਂ ਤੋਂ ਰਹਿਤ ਸੋਹਣੀ ਅਤੇ ਸਾਫ਼ ਲਿਖਾਈ ਵਿੱਚ ਲਿਖੇ ਪਤੇ ਵਾਲੀ ਚਿੱਠੀ ਸਮੇਂ ਸਿਰ ਅਤੇ ਠੀਕ ਥਾਂ 'ਤੇ ਪਹੁੰਚਦੀ ਹੈ। ਜੇ ਲਿਖਾਈ ਸਾਫ਼ ਤੇ ਸੁੰਦਰ ਹੋਵੇ ਤਾਂ ਉਸ ਦਾ ਸੁਨੇਹਾ ਜਾਂ ਸੂਚਨਾ ਪੜ੍ਹਨ ਵਾਲੇ ਨੂੰ ਸਹੀ ਢੰਗ ਨਾਲ ਪ੍ਰਾਪਤ ਹੋ ਜਾਂਦੀ ਹੈ। ਅੱਜ ਕੱਲ੍ਹ ਕੰਪਿਊਟਰ ਰਾਹੀਂ ਟਾਈਪ ਕੀਤੇ ਚਿੱਠੀ ਪੱਤਰਾਂ ਦਾ ਰੁਝਾਨ ਵੱਧ ਰਿਹਾ ਹੈ। ਇਹਨਾਂ ਵਿੱਚ ਵੀ ਸ਼ਬਦ ਜੋੜਾਂ ਦੀਆਂ ਗਲਤੀਆਂ ਅਤੇ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਦਾ ਧਿਆਨ ਰੱਖਣ ਦੀ ਵਿਸ਼ੇਸ਼ ਲੋੜ ਹੁੰਦੀ ਹੈ। ਚਿੱਠੀ ਪੱਤਰ ਲਿਖਣ ਦੀ ਦੂਸਰੀ ਵਿਧੀ ਹੈ ਭਾਸ਼ਾ। ਚਿੱਠੀ ਪੱਤਰ ਦੀ ਭਾਸ਼ਾ ਸਰਲ ਅਤੇ ਸਪਸ਼ਟ ਹੋਣੀ ਚਾਹੀਦੀ ਹੈ। ਬੇਨਤੀ ਪੱਤਰਾਂ, ਵਪਾਰਿਕ ਪੱਤਰਾਂ ਅਤੇ ਦਫ਼ਤਰੀ ਪੱਤਰਾਂ ਦੀ ਭਾਸ਼ਾ ਨਿਸ਼ਚਿਤ ਅਤੇ ਰਸਮੀ ਹੁੰਦੀ ਹੈ। ਆਮ ਤੌਰ 'ਤੇ ਗਿਣੇ ਮਿਥੇ ਸ਼ਬਦਾਂ ਅਤੇ ਵਾਕਾਂ ਵਿੱਚ ਗੱਲ ਆਖੀ ਜਾਂਦੀ ਹੈ। ਚਿੱਠੀ ਦੀਆਂ ਕੁਝ ਸੀਮਾਵਾਂ ਹੁੰਦੀਆਂ ਹਨ, ਇਸ ਲਈ ਗੱਲ ਸੰਖੇਪ ਵਿੱਚ ਕੀਤੀ ਜਾਂਦੀ ਹੈ। ਦੂਜਾ, ਆਮ ਗੱਲਬਾਤ ਨਾਲੋਂ ਥੋੜ੍ਹਾ ਸੰਕੋਚ ਵੀ ਹੁੰਦਾ ਹੈ। ਕਈ ਗੱਲਾਂ ਜਿਹੜੀਆਂ ਆਮ ਬੋਲਚਾਲ ਵੇਲੇ ਸਹਿਜ ਸੁਭਾਅ ਕਹਿ ਦਿੱਤੀਆਂ ਜਾਂਦੀਆਂ ਹਨ, ਚਿੱਠੀ ਵਿੱਚ ਲਿਖਣੀਆਂ ਉਚਿਤ ਨਹੀਂ ਜਾਪਦੀਆਂ। ਇਸ ਲਈ ਚਿੱਠੀ ਵਿੱਚ ਕੇਵਲ ਉਹ ਗੱਲ ਹੀ ਲਿਖੀ ਜਾਣੀ ਚਾਹੀਦੀ ਹੈ ਜਿਸ ਨੂੰ ਵਾਰ-ਵਾਰ ਪੜ੍ਹਨ 'ਤੇ ਵੀ ਉਸ ਦਾ ਗਲਤ ਜਾਂ ਉਲਟਾ ਪ੍ਰਭਾਵ ਨਾ ਪਵੇ। ਚਿੱਠੀ ਪੱਤਰ ਕਿਸੇ ਵੀ ਪ੍ਰਕਾਰ ਦੀ ਹੋਵੇ, ਸਾਡੇ ਹੱਥਾਂ ਨਾਲ ਲਿਖੇ ਹੋਣ ਕਾਰਨ ਜਾਂ ਟਾਈਪ ਕੀਤੇ ਹੋਣ 'ਤੇ ਸਾਡੇ ਦਸਤਖਤ ਹੋਣ ਕਾਰਨ ਸਾਡੀ ਆਖੀ ਗੱਲ ਦੀ ਤਸਦੀਕ ਹੁੰਦੀ ਹੈ, ਜਿਸ ਤੋਂ ਮੁੱਕਰਨਾ ਔਖਾ ਹੁੰਦਾ ਹੈ। ਇਸ ਲਈ ਚਿੱਠੀ ਪੱਤਰ ਵਿੱਚ ਲਿਖੇ ਹਰ ਸ਼ਬਦ ਲਈ ਚਿੱਠੀ ਲੇਖਕ ਜ਼ਿੰਮੇਵਾਰ ਹੁੰਦਾ ਹੈ। ਇਸ ਦੇ ਨਾਲ ਹੀ ਚਿੱਠੀ ਪੱਤਰ ਵਿੱਚ ਸ਼ੁੱਧ ਭਾਸ਼ਾ ਲਿਖਣ,
ਪੈਰੇ ਬਣਾਉਣ, ਵਿਸਰਾਮ ਚਿੰਨ੍ਹਾਂ ਦੀ ਸਹੀ ਵਰਤੋਂ ਕਰਨ, ਹਾਸ਼ੀਆ ਛੱਡਣ ਆਦਿ ਗੱਲਾਂ ਵੱਲ ਵੀ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਚਿੱਠੀ ਪੱਤਰ ਲਿਖਣ ਦੇ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਗੱਲ ਹੁੰਦੀ ਹੈ ਸਿਰਨਾਮਾ। ਇਹ ਪੋਸਟ ਕਾਰਡ ਜਾਂ ਲਿਫਾਫੇ ਦੇ ਬਾਹਰ ਲਿਖਿਆ ਜਾਂਦਾ ਹੈ। ਸਿਰਨਾਮਾ ਲਿਖਣ ਸਮੇਂ ਨਾਂ ਅਤੇ ਪਤਾ ਸਾਫ਼ ਅਤੇ ਠੀਕ ਲਿਖਣਾ ਚਾਹੀਦਾ ਹੈ। ਨਾਂ ਦੇ ਅੱਗੇ ਸਤਿਕਾਰ ਪ੍ਰਗਟ ਕਰਦਾ ਸ਼ਬਦ ਅਤੇ ਨਾਲ ਵਿਅਕਤੀ ਦੀ ਪਦਵੀ ਦਾ ਇਸਤੇਮਾਲ ਕਰਨਾ ਵੀ ਠੀਕ ਹੈ। ਔਰਤਾਂ ਦੇ ਨਾਂ ਲਿਖਣ ਵੇਲੇ ਵੀ ਉਹਨਾਂ ਦੀ ਪਦਵੀ ਜਾਂ ਕੁਮਾਰੀ ਅਤੇ ਸ਼੍ਰੀਮਤੀ ਆਦਿ ਲਿਖਣਾ ਚਾਹੀਦਾ ਹੈ। ਇਸ ਤੋਂ ਬਾਅਦ ਘਰ ਦੇ ਨੰਬਰ, ਫਿਰ ਮੁਹੱਲਾ, ਸ਼ਹਿਰ, ਪਿੰਡ, ਡਾਕਖਾਨਾ, ਅੰਤ ਵਿੱਚ ਜ਼ਿਲ੍ਹਾ ਅਤੇ ਰਾਜ ਦਾ ਨਾਂ ਲਿਖਣਾ ਚਾਹੀਦਾ ਹੈ। ਜੇਕਰ ਪਿੰਨ ਕੋਡ ਪਤਾ ਹੈ ਤਾਂ ਅਖੀਰ ਵਿੱਚ ਪਿੰਨ ਕੋਡ ਜ਼ਰੂਰ ਲਿਖਣਾ ਚਾਹੀਦਾ ਹੈ। ਪਿੰਨ ਕੋਡ ਲਿਖਣ ਨਾਲ ਚਿੱਠੀ ਜਲਦੀ ਠੀਕ ਪਤੇ 'ਤੇ ਪੁੱਜਦੀ ਹੈ। ਅੱਜ ਕੱਲ੍ਹ ਫੋਨ ਨੰਬਰ ਲਿਖਣ ਦਾ ਰੁਝਾਨ ਵੀ ਪ੍ਰਚਲਿਤ ਹੈ। ਜੇ ਚਿੱਠੀ ਪੰਜਾਬ ਤੋਂ ਬਾਹਰ ਭੇਜਣੀ ਹੈ ਤਾਂ ਪਤਾ ਪੰਜਾਬੀ ਦੇ ਨਾਲ ਨਾਲ ਹਿੰਦੀ ਜਾਂ ਅੰਗਰੇਜ਼ੀ ਵਿੱਚ ਲਿਖਿਆ ਜਾਣਾ ਚਾਹੀਦਾ ਹੈ। ਜੇ ਚਿੱਠੀ ਵਿਦੇਸ਼ ਵਿੱਚ ਭੇਜਣੀ ਹੈ ਤਾਂ ਪਤਾ ਅੰਗਰੇਜ਼ੀ ਵਿੱਚ ਲਿਖਿਆ ਜਾਣਾ ਚਾਹੀਦਾ ਹੈ। ਆਮ ਤੌਰ 'ਤੇ ਚਿੱਠੀ ਪੱਤਰਾਂ ਦੇ ਆਰੰਭ ਵਿੱਚ ਪੰਨੇ ਦੇ ਸੱਜੇ ਹੱਥ ਵਾਲੇ ਸਿਰੇ ਉੱਤੇ ਪੱਤਰ ਲਿਖਣ ਵਾਲੇ ਦਾ ਆਪਣਾ ਪਤਾ ਲਿਖਿਆ ਜਾਂਦਾ ਹੈ। ਇਹ ਉਸ ਦਾ ਡਾਕ ਦਾ ਪਤਾ ਹੁੰਦਾ ਹੈ। ਜੇ ਪੱਤਰ ਪਿੰਡ ਤੋਂ ਲਿਖਿਆ ਜਾਵੇ ਤਾਂ ਪਹਿਲਾਂ ਪਿੰਡ ਦਾ ਨਾਂ ਲਿਖਿਆ ਜਾਂਦਾ ਹੈ। ਉਸ ਦੇ ਹੇਠਾਂ ਦੂਜੀ ਸਤਰ ਵਿੱਚ ਡਾਕ ਘਰ ਅਤੇ ਤੀਜੀ ਸਤਰ ਵਿੱਚ ਤਹਿਸੀਲ ਅਤੇ ਜ਼ਿਲ੍ਹੇ ਦਾ ਨਾਂ ਲਿਖਿਆ ਜਾਂਦਾ ਹੈ। ਅਗਲੀ ਸਤਰ ਵਿੱਚ ਤਾਰੀਖ ਲਿਖੀ ਜਾਂਦੀ ਹੈ। ਇਸ ਤੋਂ ਇਲਾਵਾ ਪ੍ਰੀਖਿਆ ਦੇ ਮੰਤਵ ਤੋਂ ਵਿਦਿਆਰਥੀ ਪ੍ਰੀਖਿਆ ਭਵਨ, ਸਕੂਲ ਦਾ ਨਾਂ, ਸ਼ਹਿਰ ਦਾ ਨਾਂ ਲਿਖ ਕੇ ਤਾਰੀਖ ਲਿਖ ਲੈਂਦੇ ਹਨ। ਜੇਕਰ ਪ੍ਰਸ਼ਨ ਵਿੱਚ ਪੱਤਰ ਲਿਖਣ ਵਾਲੇ ਦਾ ਪਤਾ ਦਰਸਾਇਆ ਗਿਆ ਹੋਵੇ ਤਾਂ ਫਿਰ ਉਹ ਹੀ ਲਿਖਣਾ ਚਾਹੀਦਾ ਹੈ। ਚਿੱਠੀ ਪੱਤਰ ਦਾ ਮੱਧ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ। ਮੱਧ ਭਾਗ ਵਿੱਚ ਪੱਤਰ ਦਾ ਵਿਸ਼ਾ ਵਸਤੂ ਹੁੰਦਾ ਹੈ। ਆਰੰਭ ਦੀਆਂ ਸਤਰਾਂ ਵਿੱਚ ਕਈ ਵਿਅਕਤੀ ਰਾਜੀ ਖੁਸ਼ੀ ਪੁੱਛਦੇ ਹਨ ਜਾਂ ਉਹਨਾਂ ਦਾ ਨਾਮ ਲਿਖਦੇ ਹਨ। ਅੱਜ ਕੱਲ੍ਹ ਪੱਤਰ ਦਾ ਮੱਧ ਭਾਗ ਸਿੱਧੇ ਹੀ ਸ਼ੁਰੂ ਕੀਤਾ ਜਾਂਦਾ ਹੈ। ਵੱਧ ਤੋਂ ਵੱਧ ਕਿਸੇ ਪਹਿਲਾਂ ਮਿਲੇ ਪੱਤਰ ਜਾਂ ਸੂਚਨਾ ਦਾ ਹਵਾਲਾ ਦਿੱਤਾ ਜਾਂਦਾ ਹੈ। ਚਿੱਠੀ ਪੱਤਰਾਂ ਦੇ ਆਕਾਰ ਦੀ ਕੋਈ ਸੀਮਾ ਨਹੀਂ ਹੁੰਦੀ। ਜਦੋਂ ਮੱਧ ਭਾਗ ਮੁੱਕਣ 'ਤੇ ਆਉਂਦਾ ਹੈ ਤਦ ਚਿੱਠੀ ਲਿਖਣ ਦਾ ਮੰਤਵ ਦੁਹਰਾਇਆ ਜਾਂਦਾ ਹੈ ਜਾਂ ਉਸ ਬਾਰੇ ਤਾਕੀਦ ਕੀਤੀ ਜਾਂਦੀ ਹੈ। ਹੋਰ ਨੇੜਲੇ ਮੈਂਬਰਾਂ ਜਾਂ ਪੜ੍ਹਨ ਵਾਲਿਆਂ ਪ੍ਰਤੀ ਸਤਿਕਾਰ ਵੀ ਪ੍ਰਗਟ ਕੀਤਾ ਜਾਂਦਾ ਹੈ। ਚਿੱਠੀ ਦਾ ਅੰਤ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ। ਅੰਤਲੇ ਭਾਗ ਵਿੱਚ ਪੱਤਰ ਲਿਖਣ ਵਾਲਾ ਸੰਬੋਧਨ ਕੀਤੇ ਜਾਣ ਵਾਲੇ ਵਿਅਕਤੀ ਪ੍ਰਤੀ ਆਪਣਾ ਰਿਸ਼ਤਾ ਦੱਸ ਕੇ ਆਪਣਾ ਨਾਂ ਲਿਖਦਾ ਹੈ। ਫਿਰ ਖੱਬੇ ਹੱਥ ਹੇਠਾਂ ਕਰਕੇ ਪੱਤਰ ਪ੍ਰਾਪਤ ਕਰਨ ਵਾਲੇ ਦਾ ਪੂਰਾ ਡਾਕ ਪਤਾ ਲਿਖਿਆ ਜਾਂਦਾ ਹੈ। ਚਿੱਠੀ ਪੱਤਰ ਲਿਖਣ ਦੀ ਕਲਾ ਬਾਰੇ ਦਿੱਤੇ ਨਿਯਮ ਗਣਿਤ ਦੇ ਨਿਯਮਾਂ ਵਾਂਗ ਨਹੀਂ ਹਨ। ਲਿਖਣ ਵਾਲਾ ਹਰ ਵਿਅਕਤੀ ਆਪਣੀ ਨਿੱਜੀ ਸੋਚ, ਰੁਚੀ ਅਤੇ ਪਸੰਦ ਅਨੁਸਾਰ ਇਹਨਾਂ ਵਿੱਚ ਨਿੱਕੀ ਮੋਟੀ ਤਬਦੀਲੀ ਕਰ ਸਕਦਾ ਹੈ। ਇਸ ਲਈ ਚਿੱਠੀ ਪੱਤਰ ਲਿਖਣ ਦੀਆਂ ਵਿਧੀਆਂ ਨੂੰ ਅਸੀਂ ਸੁਝਾਅ ਹੀ ਕਹਿ ਸਕਦੇ ਹਾਂ। ਉਂਝ ਵੀ ਜੀਵਨ ਦੇ ਹੋਰ ਖੇਤਰਾਂ ਵਿੱਚ ਬਦਲਦੇ ਫੈਸ਼ਨਾਂ ਅਤੇ ਰੁਚੀਆਂ ਵਾਂਗ ਸਮਾਂ ਲੰਘਣ ਨਾਲ ਚਿੱਠੀ ਪੱਤਰ ਲਿਖਣ ਦੇ ਸਲੀਕੇ ਅਤੇ ਤਰੀਕੇ ਵਿੱਚ ਵੀ ਤਬਦੀਲੀ ਆਉਂਦੀ ਰਹਿੰਦੀ ਹੈ। ਹੁਣ ਅਸੀਂ ਚਿੱਠੀ ਪੱਤਰ ਜਾਂ ਬਿਨੇ ਪੱਤਰ ਲਿਖਣ ਦੇ ਢੰਗ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਹੈ ਜਿਸ ਨੂੰ ਚਿੱਠੀ ਲਿਖਣੀ ਹੋਵੇ ਉਸ ਦੇ ਆਰੰਭ ਵਿੱਚ ਕੀ ਲਿਖਣਾ ਹੈ ਅਤੇ ਅੰਤ ਵਿੱਚ ਕੀ ਲਿਖਣਾ ਹੈ। ਜਿਵੇਂ ਜੇਕਰ ਅਸੀਂ
ਪਿਤਾ ਨੂੰ ਚਿੱਠੀ ਲਿਖਣੀ ਹੈ ਤਾਂ ਆਰੰਭ ਵਿੱਚ ਆਵੇਗਾ ਸਤਿਕਾਰਯੋਗ ਪਿਤਾ ਜੀ, ਅੰਤ ਵਿੱਚ ਆਵੇਗਾ ਆਪ ਦਾ ਪਿਆਰਾ ਪੁੱਤਰ। ਜੇਕਰ ਚਿੱਠੀ ਮਾਤਾ ਨੂੰ ਲਿਖਣੀ ਹੈ ਤਾਂ ਆਰੰਭ ਵਿੱਚ ਆਵੇਗਾ ਸਤਿਕਾਰਯੋਗ ਮਾਤਾ ਜੀ, ਅੰਤ ਵਿੱਚ ਆਵੇਗਾ ਆਪ ਦਾ ਪਿਆਰਾ ਪੁੱਤਰ। ਵੱਡੇ ਭਰਾ ਨੂੰ ਲਿਖਣੀ ਹੈ, ਆਰੰਭ ਵਿੱਚ ਆਵੇਗਾ ਪਿਆਰੇ ਵੀਰ ਜੀ, ਅੰਤ ਵਿੱਚ ਆਵੇਗਾ ਤੁਹਾਡਾ ਛੋਟਾ ਭਰਾ। ਛੋਟੇ ਭਰਾ ਨੂੰ ਲਿਖਣੀ ਹੈ ਤਾਂ ਆਰੰਭ ਵਿੱਚ ਆਵੇਗਾ ਪਿਆਰੇ ਸੋਨੂ, ਭਾਵ ਉਸ ਛੋਟੇ ਭਰਾ ਦਾ ਨਾਂ, ਅੰਤ ਵਿੱਚ ਆਵੇਗਾ ਤੇਰਾ ਵੱਡਾ ਵੀਰ। ਮਿੱਤਰ ਨੂੰ ਲਿਖਣੀ ਹੈ, ਆਰੰਭ ਵਿੱਚ ਆਵੇਗਾ ਪਿਆਰੇ ਦੋਸਤ, ਅਖੀਰ ਦੇ ਵਿੱਚ ਆਵੇਗਾ ਤੇਰਾ ਮਿੱਤਰ। ਮੁੱਖ ਅਧਿਆਪਕ ਜੀ ਨੂੰ ਲਿਖਣੀ ਹੈ ਤਾਂ ਆਰੰਭ ਦੇ ਵਿੱਚ ਆਪਾਂ ਸਤਿਕਾਰ ਵਜੋਂ ਸ਼੍ਰੀਮਾਨ ਜੀ ਲਿਖਾਂਗੇ, ਅਖੀਰ ਦੇ ਵਿੱਚ ਲਿਖਾਂਗੇ ਆਪ ਜੀ ਦਾ ਆਗਿਆਕਾਰੀ ਜਾਂ ਆਪ ਜੀ ਦਾ ਆਗਿਆਕਾਰ। ਪੁਸਤਕਾਂ ਵੇਚਣ ਵਾਲੇ ਨੂੰ ਬਿਨੇ ਪੱਤਰ ਲਿਖਣਾ ਹੈ ਤਾਂ ਆਰੰਭ ਦੇ ਵਿੱਚ ਆਵੇਗਾ ਸ਼੍ਰੀਮਾਨ ਜੀ, ਅੰਤ ਦੇ ਵਿੱਚ ਆਵੇਗਾ ਆਪ ਜੀ ਦਾ ਸ਼ੁਭ ਚਿੰਤਕ। ਨੂੰਹ ਜਾਂ ਧੀ ਨੂੰ ਚਿੱਠੀ ਲਿਖਣੀ ਹੈ ਤਾਂ ਆਰੰਭ ਦੇ ਵਿੱਚ ਆਵੇਗਾ ਪਿਆਰੀ ਸਪੁੱਤਰੀ, ਅਖੀਰ ਦੇ ਵਿੱਚ ਆਵੇਗਾ ਤੇਰੀ ਮਾਤਾ। ਜੇਕਰ ਅਸੀਂ ਵੱਡੀ ਭੈਣ ਨੂੰ ਚਿੱਠੀ ਲਿਖਣੀ ਹੈ ਤਾਂ ਆਰੰਭ ਦੇ ਵਿੱਚ ਲਿਖਾਂਗੇ ਪਿਆਰੀ ਭੈਣ ਜੀ, ਅੰਤ ਦੇ ਵਿੱਚ ਲਿਖਾਂਗੇ ਆਪ ਦਾ ਛੋਟਾ ਵੀਰ। ਸਹੇਲੀ ਨੂੰ ਲਿਖਣੀ ਹੈ ਤਾਂ ਆਰੰਭ ਦੇ ਵਿੱਚ ਆਵੇਗਾ ਪਿਆਰੀ ਸਹੇਲੀ, ਅੰਤ ਦੇ ਵਿੱਚ ਆਪਾਂ ਲਿਖਾਂਗੇ ਤੁਹਾਡੀ ਸਹੇਲੀ। ਜੇਕਰ ਚਿੱਠੀ ਛੋਟੀ ਭੈਣ ਨੂੰ ਲਿਖਣੀ ਹੈ ਤਾਂ ਆਰੰਭ ਦੇ ਵਿੱਚ ਆਵੇਗਾ ਪਿਆਰੀ ਸੁੱਖ, ਭਾਵ ਛੋਟੀ ਭੈਣ ਦਾ ਨਾਂ, ਅੰਤ ਦੇ ਵਿੱਚ ਲਿਖਾਂਗੇ ਤੇਰਾ ਵੀਰ। ਜੇਕਰ ਬਿਨੇ ਪੱਤਰ ਕਿਸੇ ਅਧਿਕਾਰੀ ਨੂੰ ਲਿਖਣਾ ਹੈ ਤਾਂ ਵੀ ਅਸੀਂ ਸਤਿਕਾਰ ਵਜੋਂ ਆਰੰਭ ਦੇ ਵਿੱਚ ਸ਼੍ਰੀਮਾਨ ਜੀ ਲਿਖਾਂਗੇ, ਅੰਤ ਦੇ ਵਿੱਚ ਲਿਖਾਂਗੇ ਆਪ ਜੀ ਦਾ ਵਿਸ਼ਵਾਸ ਪਾਤਰ। ਜੇਕਰ ਚਿੱਠੀ ਕਿਸੇ ਦੁਕਾਨਦਾਰ ਜਾਂ ਵਪਾਰੀ ਨੂੰ ਲਿਖਣੀ ਹੈ ਤਾਂ ਵੀ ਅਸੀਂ ਆਰੰਭ ਉਸ ਦਾ ਸ਼੍ਰੀਮਾਨ ਜੀ ਤੋਂ ਕਰਾਂਗੇ ਅਤੇ ਅੰਤ ਵਿੱਚ ਲਿਖਾਂਗੇ ਆਪ ਜੀ ਦਾ ਸ਼ੁਭ ਚਿੰਤਕ। ਜੇਕਰ ਚਿੱਠੀ ਕਿਸੇ ਅਣਜਾਣ ਇਸਤਰੀ ਜਾਂ ਅਣਜਾਣ ਬੰਦੇ ਨੂੰ ਲਿਖਣੀ ਹੈ ਤਾਂ ਅਸੀਂ ਆਰੰਭ ਦੇ ਵਿੱਚ ਅਣਜਾਣ ਇਸਤਰੀ ਦੇ ਲਈ ਸ਼੍ਰੀਮਤੀ ਜੀ ਅਤੇ ਅਣਜਾਣ ਬੰਦੇ ਦੇ ਲਈ ਸ਼੍ਰੀਮਾਨ ਜੀ ਸ਼ਬਦਾਂ ਦਾ ਇਸਤੇਮਾਲ ਕਰਾਂਗੇ। ਅਖੀਰ ਦੇ ਵਿੱਚ ਆਪਾਂ ਆਪ ਜੀ ਦਾ ਸ਼ੁਭ ਚਿੰਤਕ ਜਾਂ ਆਪ ਜੀ ਦੀ ਸ਼ੁਭ ਚਿੰਤਕ ਸ਼ਬਦਾਂ ਦੀ ਵਰਤੋਂ ਕਰਾਂਗੇ। ਪੁਰਾਤਨ ਸਮੇਂ ਵਿੱਚ ਚਿੱਠੀ ਪੱਤਰ ਵੱਖ-ਵੱਖ ਤਰੀਕਿਆਂ ਰਾਹੀਂ ਭੇਜੇ ਜਾਂਦੇ ਰਹੇ ਹਨ। ਅੱਜ ਕੱਲ੍ਹ ਇਹ ਕਾਰਜ ਪ੍ਰਮੁੱਖ ਰੂਪ ਵਿੱਚ ਭਾਰਤੀ ਡਾਕ ਵਿਭਾਗ ਕਰ ਰਿਹਾ ਹੈ, ਜੋ ਇਹਨਾਂ ਪੱਤਰਾਂ ਨੂੰ ਰਜਿਸਟਰਡ ਅਤੇ ਅਨਰਜਿਸਟਰਡ ਦੋਹਾਂ ਰੂਪਾਂ ਵਿੱਚ ਵੱਖ-ਵੱਖ ਥਾਵਾਂ 'ਤੇ ਪਹੁੰਚਾਉਂਦਾ ਹੈ। ਸਪੀਡ ਪੋਸਟ ਦੀ ਸੁਵਿਧਾ ਨਾਲ ਇਹ ਕਾਰਜ ਬਹੁਤ ਹੀ ਤੇਜ਼ੀ ਨਾਲ ਹੋ ਰਿਹਾ ਹੈ। ਇਸ ਖੇਤਰ ਵਿੱਚ ਨਿੱਜੀ ਕੋਰੀਅਰ ਕੰਪਨੀਆਂ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਇੰਟਰਨੈਟ ਦੇ ਵਿਕਸਿਤ ਹੋਣ ਨਾਲ ਈਮੇਲ ਰਾਹੀਂ ਚਿੱਠੀ ਪੱਤਰ ਕੁਝ ਸਕਿੰਟਾਂ ਵਿੱਚ ਹੀ ਕਿਸੇ ਵੀ ਦੂਰੀ 'ਤੇ ਪਹੁੰਚਣ ਦੇ ਸਮਰੱਥ ਹੋ ਗਏ ਹਨ। ਹੁਣ ਅਸੀਂ ਬਿਮਾਰੀ ਦੀ ਛੁੱਟੀ ਲੈਣ ਲਈ ਸਕੂਲ ਮੁਖੀ ਨੂੰ ਪੱਤਰ ਲਿਖਣ ਦਾ ਅਭਿਆਸ ਕਰਾਂਗੇ। ਸਾਨੂੰ ਪਤਾ ਹੈ ਕਿ ਮਨੁੱਖੀ ਸਰੀਰ ਵੀ ਮਸ਼ੀਨਰੀ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਮਸ਼ੀਨਰੀ ਚਲਦੀ ਖਰਾਬ ਹੋ ਜਾਂਦੀ ਹੈ ਅਤੇ ਸਾਨੂੰ ਉਸ ਦੀ ਮੁਰੰਮਤ ਕਰਵਾਉਣੀ ਪੈਂਦੀ ਹੈ, ਇਸੇ ਤਰ੍ਹਾਂ ਸਾਡਾ ਸਰੀਰ ਵੀ ਕੰਮ ਕਰਦਾ ਥੱਕ ਜਾਂਦਾ ਹੈ ਜਾਂ ਸੰਤੁਲਿਤ ਭੋਜਨ ਨਾ ਮਿਲਣ ਕਾਰਨ ਕਈ ਵਾਰ ਅਸੀਂ ਬਿਮਾਰ ਹੋ ਜਾਂਦੇ ਹਾਂ। ਬਿਮਾਰ ਹੋਣ ਦੀ ਹਾਲਤ ਵਿੱਚ ਅਸੀਂ ਪਹਿਲਾਂ ਆਪਣੇ ਘਰ ਹੀ ਦੇਸੀ ਓੜ ਪੋੜ ਕਰਦੇ ਹਾਂ, ਕਿਉਂਕਿ ਸਿਆਣੇ ਕਹਿੰਦੇ ਹਨ
ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਹੁੰਦਾ ਹੈ। ਜੇਕਰ ਘਰੇ ਦੇਸੀ ਨੁਸਖਿਆਂ ਨਾਲ ਅਸੀਂ ਠੀਕ ਹੋ ਜਾਈਏ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਪਰ ਕਈ ਵਾਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਹਨ ਕਿ ਅਸੀਂ ਘਰ ਬੈਠੇ ਠੀਕ ਨਹੀਂ ਹੁੰਦੇ ਅਤੇ ਸਾਨੂੰ ਨਜ਼ਦੀਕੀ ਹਸਪਤਾਲ ਤੋਂ ਕਿਸੇ ਨਾ ਕਿਸੇ ਮਾਹਿਰ ਡਾਕਟਰ ਦੀ ਰਾਏ ਲੈਣੀ ਪੈਂਦੀ ਹੈ। ਸਾਨੂੰ ਆਪਣੀ ਸਿਹਤ ਦੇ ਬਾਰੇ ਕਦੇ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀ, ਕਿਉਂਕਿ ਜਾਨ ਹੈ ਤਾਂ ਜਹਾਨ ਹੈ। ਸਿਹਤ ਪ੍ਰਤੀ ਕੀਤੀ ਮਾੜੀ ਜਿਹੀ ਅਣਗਹਿਲੀ ਵੀ ਸਾਨੂੰ ਭਾਰੂ ਪੈ ਸਕਦੀ ਹੈ। ਇਸ ਕਰਕੇ ਜਦੋਂ ਵੀ ਸਾਨੂੰ ਆਪਣੀ ਸਿਹਤ ਠੀਕ ਨਾ ਲੱਗੇ ਤਾਂ ਸਾਨੂੰ ਆਪਣੇ ਮਾਪਿਆਂ, ਅਧਿਆਪਕਾਂ ਅਤੇ ਚੰਗੇ ਡਾਕਟਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਜੋ ਅਸੀਂ ਤੰਦਰੁਸਤ ਜ਼ਿੰਦਗੀ ਦਾ ਆਨੰਦ ਮਾਣ ਸਕੀਏ। ਬਿਮਾਰ ਹੋਣ 'ਤੇ ਡਾਕਟਰ ਸਾਨੂੰ ਆਰਾਮ ਕਰਨ ਦੀ ਸਲਾਹ ਦਿੰਦੇ ਹਨ, ਕਿਉਂਕਿ ਆਰਾਮ ਕਰਨ ਨਾਲ ਅਸੀਂ ਜਲਦੀ ਠੀਕ ਹੋ ਜਾਂਦੇ ਹਾਂ। ਘਰ ਵਿੱਚ ਆਰਾਮ ਕਰਦੇ ਹੋਏ ਜ਼ਰੂਰੀ ਹੈ ਕਿ ਅਸੀਂ ਆਪਣੇ ਸਕੂਲ ਦੇ ਮੁਖੀ ਨੂੰ ਆਪਣੀ ਬਿਮਾਰੀ ਬਾਰੇ ਜ਼ਰੂਰ ਦੱਸੀਏ ਤਾਂ ਜੋ ਸਕੂਲ ਵਿੱਚ ਸਾਡੀ ਗੈਰ ਹਾਜ਼ਰੀ ਲੱਗਣ ਦੀ ਥਾਂ ਛੁੱਟੀ ਲੱਗੇ ਅਤੇ ਸਾਨੂੰ ਜੁਰਮਾਨਾ ਨਾ ਪਵੇ। ਹੁਣ ਅਸੀਂ ਬਿਮਾਰੀ ਦੀ ਛੁੱਟੀ ਲੈਣ ਲਈ ਸਕੂਲ ਮੁਖੀ ਨੂੰ ਪੱਤਰ ਲਿਖਣ ਦਾ ਅਭਿਆਸ ਕਰਾਂਗੇ। ਸੇਵਾ ਵਿਖੇ ਪ੍ਰਿੰਸੀਪਲ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ, ਵਿਸ਼ਾ ਬਿਮਾਰੀ ਦੀ ਛੁੱਟੀ ਲੈਣ ਲਈ। ਸ਼੍ਰੀਮਾਨ ਜੀ, ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ 6ਵੀਂ ਜਮਾਤ ਦਾ ਵਿਦਿਆਰਥੀ ਹਾਂ। ਮੈਂ ਕੱਲ੍ਹ ਜਦੋਂ ਸਕੂਲ ਤੋਂ ਵਾਪਸ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਬਹੁਤ ਤੇਜ਼ ਬਾਰਿਸ਼ ਹੋਈ। ਮੈਂ ਪੂਰੀ ਤਰ੍ਹਾਂ ਭਿੱਜ ਗਿਆ। ਘਰ ਪਹੁੰਚਣ 'ਤੇ ਮੈਨੂੰ ਬਹੁਤ ਤੇਜ਼ ਬੁਖਾਰ ਹੋ ਗਿਆ। ਸ਼ਾਮ ਨੂੰ ਮੇਰੇ ਮਾਤਾ ਜੀ ਮੈਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਨੇ ਮੈਨੂੰ 2 ਦਿਨ ਆਰਾਮ ਕਰਨ ਲਈ ਕਿਹਾ ਹੈ। ਇਸ ਕਰਕੇ ਮੈਂ ਆਪ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਮੈਂ 2 ਦਿਨ ਸਕੂਲ ਨਹੀਂ ਆ ਸਕਦਾ। ਕਿਰਪਾ ਕਰਕੇ ਮੈਨੂੰ 2 ਦਿਨਾਂ ਦੀ ਬਿਮਾਰੀ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ। ਆਪ ਜੀ ਦਾ ਆਗਿਆਕਾਰ। ਨਾਮ ਮਨਪ੍ਰੀਤ ਸਿੰਘ, ਜਮਾਤ 6ਵੀਂ, ਸੈਕਸ਼ਨ B, ਰੋਲ ਨੰਬਰ 18, ਮਿਤੀ। ਜਦੋਂ ਅਸੀਂ ਕਿਸੇ ਵੀ ਵਿਸ਼ੇ 'ਤੇ ਕੋਈ ਬਿਨੈ ਪੱਤਰ ਜਾਂ ਚਿੱਠੀ ਪੱਤਰ ਕਿਸੇ ਸੰਸਥਾ ਦੇ ਅਧਿਕਾਰੀ ਨੂੰ ਲਿਖਦੇ ਹਾਂ ਤਾਂ ਮਿਤੀ ਲਿਖੀ ਜਾਣੀ ਬਹੁਤ ਜ਼ਰੂਰੀ ਹੁੰਦੀ ਹੈ। ਅਸੀਂ ਮਿਤੀ ਉਸ ਦਿਨ ਦੀ ਲਿਖਦੇ ਹਾਂ ਜਿਸ ਦਿਨ ਅਸੀਂ ਬਿਨੈ ਪੱਤਰ ਲਿਖ ਕੇ ਉੱਚ ਅਧਿਕਾਰੀ ਨੂੰ ਦਿੰਦੇ ਹਾਂ। ਮਿਤੀ ਤੋਂ ਹੀ ਸਕੂਲ ਦੇ ਮੁਖੀ ਨੂੰ ਪਤਾ ਲੱਗੇਗਾ ਕਿ ਸਾਨੂੰ ਕਿਹੜੇ-ਕਿਹੜੇ ਦਿਨ ਦੀਆਂ ਛੁੱਟੀਆਂ ਚਾਹੀਦੀਆਂ ਹਨ। ਇਹ ਸੀ 6ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਪੰਜਾਬੀ ਦਾ ਵਿਆਕਰਨ
ਅਤੇ ਲੇਖ ਰਚਨਾ ਪੁਸਤਕ ਵਿੱਚ ਦਰਜ ਅਧਿਆਇ 9 ਵਿਸ਼ਾ ਚਿੱਠੀ ਪੱਤਰ, ਬਿਮਾਰੀ ਦੀ ਛੁੱਟੀ ਲੈਣ ਲਈ ਸਕੂਲ ਮੁਖੀ ਨੂੰ ਪੱਤਰ, ਜਿਸ ਬਾਰੇ ਅਸੀਂ ਗੱਲਬਾਤ ਕੀਤੀ ਹੈ। ਧੰਨਵਾਦ।